ਦਾ ਮਸਲਾ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮੈਂ ਹਾਂ ਅਰਵਿੰਦਰ ਸਿੰਘ ਭੱਟੀ। ਇਸ ਪ੍ਰੋਗਰਾਮ ਨੂੰ ਮਨਪਸੰਦ ਪ੍ਰੋਗਰਾਮ ਮੈਂ ਇਸ ਕਰਕੇ ਕਹਿੰਦਾ ਕਿ ਤੁਹਾਡੀਆਂ ਬਹੁਤ ਸਾਰੀਆਂ ਚਿੱਠੀਆਂ, ਬਹੁਤ ਸਾਰੇ ਟੈਲੀਫੋਨ ਕਾਲਸ, ਤੁਹਾਡੀਆਂ ਈਮੇਲਸ ਸਾਨੂੰ ਆਉਂਦੀਆਂ, ਜਿਹਦੇ ਰਾਹੀਂ ਸਾਨੂੰ ਪਤਾ ਲੱਗਦਾ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਹੈ। ਅਸਲ 'ਚ ਪਸੰਦ ਹੋਵੇ ਵੀ ਕਿਉਂ ਨਾ, ਕਿਉਂਕਿ ਇਸ ਪ੍ਰੋਗਰਾਮ 'ਚ ਅਸੀਂ ਕੋਈ ਨਾ ਕੋਈ ਟੌਪਿਕ ਲੈਂਦੇ ਹਾਂ, ਕੋਈ ਨਾ ਕੋਈ ਵਿਸ਼ਾ ਲੈਂਦੇ ਹਾਂ ਅਤੇ ਉਸ ਵਿਸ਼ੇ ਦੇ ਮਾਹਿਰ ਮਹਿਮਾਨ ਲਿਆ ਕੇ ਉਹਨਾਂ ਦੀ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਾਉਂਦੇ ਹਾਂ ਅਤੇ ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਡੇ ਮਾਹਿਰ ਮਹਿਮਾਨਾਂ ਕੋਲੋਂ ਮਿਲਦੇ ਆ। ਅੱਜ ਜਿਹੜਾ ਅਸੀਂ ਟੌਪਿਕ ਲਿਆ ਉਹ ਬੜਾ ਦਿਲਚਸਪ ਹੈ, ਕਿਉਂਕਿ ਕੋਵਿਡ ਚੱਲ ਰਿਹਾ, ਸਾਰੀ ਦੁਨੀਆ ਨੂੰ ਇਹਨੇ ਆਪਣੇ ਕਲਾਵੇ 'ਚ ਲਿਆ ਹੋਇਆ, ਬਹੁਤ ਸਾਰੀਆਂ ਮੌਤਾਂ ਹੋ ਰਹੀਆਂ। ਇੰਨਾ ਸ਼ੁਕਰ ਹੈ ਕਿ ਪੰਜਾਬ 'ਚ ਇਹਦਾ ਥੋੜ੍ਹਾ ਜਿਹਾ ਪ੍ਰਕੋਪ ਘਟਿਆ। ਅਸੀਂ ਦੁਆ ਕਰਦੇ ਹਾਂ ਕਿ ਕੋਵਿਡ ਬਿਲਕੁਲ ਖਤਮ ਹੋ ਜਾਏ, ਸਾਰੇ ਸੁੱਖੀ ਸੰਦੀ ਵਸਣ ਅਤੇ ਆਪਣੇ ਜੀਵਨ ਦੀਆਂ ਖੁਸ਼ੀਆਂ ਮਾਣਨ। ਕੋਵਿਡ ਦਾ ਜ਼ਿਕਰ ਇਸ ਕਰਕੇ ਮੈਂ ਕੀਤਾ ਕਿਉਂਕਿ 5G ਟੈਕਨੋਲੋਜੀ ਨੂੰ ਕੋਵਿਡ ਨਾਲ ਜੋੜਿਆ ਜਾ ਰਿਹਾ। ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਕੁਝ ਗੱਲਾਂ ਚੱਲਦੀਆਂ ਕਿ ਕੋਵਿਡ ਕੁਛ ਨਹੀਂ, ਇਹ 5G ਟੈਕਨੋਲੋਜੀ ਕਰਕੇ ਸਾਰਾ ਕੁਝ ਹੋ ਰਿਹਾ। ਸਾਡਾ ਅੱਜ ਦਾ ਟੌਪਿਕ ਅਸੀਂ ਰੱਖਿਆ 5G ਟੈਕਨੋਲੋਜੀ, ਫਾਇਦੇ ਅਤੇ ਨੁਕਸਾਨ। ਇਸ ਟੌਪਿਕ ਨੂੰ ਅਸੀਂ ਲੈ ਕੇ ਸਾਡੇ ਜੋ ਮਾਹਿਰ ਮਹਿਮਾਨ ਨੇ, ਪਹਿਲਾਂ ਮੈਂ ਤੁਹਾਡੀ ਉਹਨਾਂ ਨਾਲ ਜਾਣ ਪਛਾਣ ਕਰਵਾ ਦਿਆਂ। ਮੇਰੇ ਨਾਲ ਬੈਠੇ ਨੇ ਡਾਕਟਰ ਅਨੁਰਾਗ ਸ਼ਰਮਾ, ਇਹ ਪ੍ਰੋਫੈਸਰ ਨੇ ਜੀ, ਫੈਕਲਟੀ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ GNA ਯੂਨੀਵਰਸਿਟੀ ਦੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਮੇਰੇ ਦੂਜੇ ਮਹਿਮਾਨ ਮਿਸਟਰ ਸਾਰਥਕ ਕੁਮਾਰ। ਸਾਰਥਕ ਜੀ ਡਾਇਰੈਕਟਰ ਨੇ ਐਮਰਜਿੰਗ ਟੈਕਨੋਲੋਜੀ ਫਾਊਂਡੇਸ਼ਨ ਦੇ। ਇਹਨਾਂ ਦੀ ਫਾਊਂਡੇਸ਼ਨ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਨੇ ਉਹਨਾਂ ਬਾਰੇ ਸਟੂਡੈਂਟਸ ਨੂੰ, ਹੋਰ ਲੋਕਾਂ ਨੂੰ ਆਗਾਹ ਕਰਨ ਦਾ ਕੰਮ ਕਰਦੀ ਹੈ। ਅਤੇ ਅੱਜ ਦਾ ਮਸਲਾ ਪ੍ਰੋਗਰਾਮ 'ਚ 5G ਬਾਰੇ ਜਿਹੜੀਆਂ ਅਸੀਂ ਗੱਲਾਂ ਕਰਾਂਗੇ, ਇਹਨਾਂ ਕੋਲ ਸਵਾਲਾਂ ਦੇ ਜਵਾਬ ਪੁੱਛਾਂਗੇ ਅਤੇ ਤੁਹਾਨੂੰ ਜਿਹੜੇ ਤੁਹਾਡੇ ਮਨਾਂ 'ਚ ਸਵਾਲ ਨੇ ਉਹਨਾਂ ਦੇ ਜਵਾਬ ਮਿਲ ਜਾਣਗੇ। ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ। ਸਾਡੇ ਟੈਲੀਫੋਨ ਨੰਬਰ ਨੋਟ ਕਰ ਲਓ, 0181 281 42 61, 0181 281 42 64। ਸਾਨੂੰ ਤੁਹਾਡੀ ਫੋਨ ਕਾਲਸ ਦਾ ਇੰਤਜ਼ਾਰ ਰਹੇਗਾ। ਅਤੇ ਜਿਹੜੇ ਮੇਰੇ ਦੋਵੇਂ ਮਹਿਮਾਨ ਨੇ ਬੜੇ ਯੰਗਸਟਰ ਨੇ, ਸਾਡੇ ਜਿਹੜੇ ਯੂਥ ਨੇ, ਉਹਨਾਂ ਨੂੰ ਬਹੁਤ ਇਹਨਾਂ ਤੋਂ ਯੋਗ ਅਗਵਾਈ ਮਿਲੇਗੀ, ਇਹਦਾ ਮੈਨੂੰ ਯਕੀਨ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਪੁੱਛਾਂਗੇ ਕਿ 5G ਹੈ ਕੀ? ਸਰ ਤੁਸੀਂ ਆਪਾਂ ਬੇਸਿਕ ਤੋਂ ਸ਼ੁਰੂ ਕਰਦੇ ਹਾਂ। ਇੱਕ ਲੇਮਨ ਟਰਮ 'ਚ ਆਪਾਂ ਸ਼ੁਰੂ ਕਰਾਂਗੇ ਕਿ 5G ਕੁਛ ਨਹੀਂ ਹੈ, ਇੱਕ ਐਨਹਾਂਸ ਟੈਕਨੋਲੋਜੀ ਹੈ ਜੀ। ਜਿੱਦਾਂ ਆਪਾਂ ਜਨਰੇਸ਼ਨਸ, ਮੋਬਾਈਲ ਜਨਰੇਸ਼ਨ ਦੀ ਗੱਲ ਕਰਦੇ ਹਾਂ, 1G 2G 3G 4G, ਹੁਣ ਇੱਕ ਨਵਾਂ ਨੈਟਵਰਕ ਆ ਰਿਹਾ ਜਿਹਦਾ ਨਾਮ ਆਪਾਂ ਗੱਲ ਕਰ ਰਹੇ ਹਾਂ 5G ਹੈ ਜੀ। ਇਹਦੇ 'ਚ ਹਾਈ ਸਪੀਡ ਹੈ ਜੀ, ਲੋ ਲੇਟੈਂਸੀ ਹੈ। ਲੇਟੈਂਸੀ ਦਾ ਮਤਲਬ ਹੁੰਦਾ ਕਿ ਕਿੰਨੇ ਘੱਟ ਡਿਊਰੇਸ਼ਨ, ਜਿੱਦਾਂ ਆਪਾਂ ਕਲਿੱਕ ਕਰਦੇ ਹਾਂ ਨਾਲ ਹੀ ਕੋਈ ਵੀਡੀਓ ਆ ਜਾਂਦੀ ਹੈ। ਤੇ ਐਨਰਜੀ ਐਫੀਸ਼ੀਐਂਸੀ ਜ਼ਿਆਦਾ ਹੈ, ਜਿਹਦੇ ਨਾਲ ਬੈਟਰੀਜ਼ ਵੀ ਘੱਟ ਲੱਗਣਗੀਆਂ ਜੀ। ਤੇ ਇੱਕ ਨੈਟਵਰਕ ਹੈ ਜਿਹੜਾ ਹਾਈ ਸਪੀਡ ਦੇ ਨਾਲ ਕੰਮ ਕਰਦਾ ਹੈ, ਲੋ ਲੇਟੈਂਸੀ ਦੇ ਨਾਲ ਕੰਮ ਕਰਦਾ ਹੈ ਤੇ ਐਨਰਜੀ ਐਫੀਸ਼ੀਐਂਟ ਹੈ ਜੀ। ਔਰ ਇਹ ਐਗਜ਼ਿਸਟਿੰਗ ਨੈਟਵਰਕ ਤੋਂ ਜ਼ਿਆਦਾ ਬੈਟਰ ਹੈ ਜੀ। ਤੇ 5G ਟੈਕਨੋਲੋਜੀ ਹੋਰ ਕੁਝ ਨਹੀਂ ਹੈ, ਬਸ ਐਗਜ਼ਿਸਟਿੰਗ ਟੈਕਨੋਲੋਜੀ ਦਾ ਇੱਕ ਇੰਪਰੂਵਡ ਵਰਜ਼ਨ ਆਪਾਂ ਕਹਿ ਸਕਦੇ ਹਾਂ ਜੀ, ਕਿ ਜਿਹਦਾ ਆਉਣ ਵਾਲੇ ਟਾਈਮ 'ਚ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਅਤੇ ਤੁਸੀਂ ਸਾਰਥਕ ਜੀ ਦੱਸੋ ਕਿ ਜਿਹੜੀ 5G ਟੈਕਨੋਲੋਜੀ ਹੈ ਸਾਰੀ ਦੁਨੀਆ 'ਚ ਹੋ ਰਹੀ ਹੈ ਜਾਂ ਸਿਰਫ ਇੰਡੀਆ 'ਚ ਹੋ ਰਹੀ ਹੈ? ਜੀ, ਅਤੇ 5G ਟੈਕਨੋਲੋਜੀ ਤੇ ਪੂਰੀ ਦੁਨੀਆ ਵਿੱਚ ਕੰਮ ਚੱਲ ਰਿਹਾ ਹੈ। ਐਂਡ ਪੂਰੀ ਦੁਨੀਆ ਵਿੱਚ ਕੰਮ ਕਿਉਂ ਚੱਲ ਰਿਹਾ ਹੈ, ਥੋੜ੍ਹਾ ਜਿਹਾ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂ ਜ਼ਰੂਰੀ ਹੈ ਜੀ। ਕਿਸੇ ਵੀ ਹੋਰ ਟੈਕਨੋਲੋਜੀ ਆਕਨ ਮੋਬਾਈਲ ਟੈਕਨੋਲੋਜੀ ਵਿੱਚ ਵੀ ਟਾਈਮ ਦੇ ਹਿਸਾਬ ਨਾਲ ਪ੍ਰੋਗਰੈਸ ਹੋਈ ਹੈ ਜੀ। ਜੇ ਅਸੀਂ ਫਸਟ ਜਨਰੇਸ਼ਨ ਦੀ ਗੱਲ ਕਰੀਏ 1G ਵਿੱਚ ਮੋਬਾਈਲ ਟੈਕਨੋਲੋਜੀ ਵਿੱਚ ਸਿਰਫ ਗੱਲਬਾਤ ਹੋਣਾ ਪੋਸੀਬਲ ਸੀਗਾ ਜੀ। ਉਹਦੇ ਵਿੱਚ ਈਵਨ SMS ਵੀ ਪੋਸੀਬਿਲਿਟੀ ਨਹੀਂ ਸੀਗੀ ਜੀ। ਉਸ ਤੋਂ ਬਾਅਦ ਅਸੀਂ 2G 'ਤੇ ਆਏ। 2G ਵਿੱਚ ਗੱਲਬਾਤ ਦੇ ਨਾਲ ਨਾਲ SMS ਵੀ ਕਰਨਾ ਪੋਸੀਬਲ ਹੋਇਆ। ਉਸ ਤੋਂ ਬਾਅਦ ਜਿਹੜੀ ਨੈਕਸਟ ਜਨਰੇਸ਼ਨ ਸੀਗੀ 3G ਵਿੱਚ ਭਾਵੇਂ ਸਲੋ ਸਪੀਡ 'ਤੇ ਹੀ ਸਹੀ ਇੰਟਰਨੈਟ ਦੀ ਪੋਸੀਬਿਲਿਟੀ ਬਣ ਗਈ ਜੀ। 3G ਵਿੱਚ ਅਸੀਂ ਪਹਿਲੀ ਵਾਰ ਮੋਬਾਈਲ ਡਿਵਾਈਸਿਸ 'ਤੇ ਔਨ ਦ ਗੋ ਇੰਟਰਨੈਟ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਸੀ ਜੀ, ਜਿਹਦੇ ਨਾਲ ਲੋਕੀ ਚੱਲਦੇ ਫਿਰਦੇ ਆਪਣਾ ਬਿਜ਼ਨਸ ਕੰਡਕਟ ਕਰਨ ਲੱਗ ਪਏ, ਈਮੇਲਸ ਵਗੈਰਾ ਹੋਣ ਲੱਗ ਪਈਆਂ। ਹਾਲਾਂਕਿ ਉਹਦੇ ਵਿੱਚ ਸਪੀਡਸ ਇੰਨੀ ਨਹੀਂ ਸੀਗੀਆਂ ਕਿ ਔਨ ਦ ਗੋ ਵੀਡੀਓ ਵਗੈਰਾ ਦੇਖਿਆ ਜਾ ਸਕੇ। ਉਸ ਤੋਂ ਬਾਅਦ ਨੈਕਸਟ ਟੈਕਨੋਲੋਜੀ ਸਾਡੀ 4G ਨੈਕਸਟ ਜਨਰੇਸ਼ਨ ਆਈ, ਜਿਹੜੀ ਹੁਣ ਚੱਲ ਰਹੀ ਹੈ। 4G ਨੇ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਦੁਨੀਆ ਨੂੰ ਟਰਾਂਸਫਾਰਮ ਕੀਤਾ ਜੀ। ਇੰਡੀਆ ਵਿੱਚ ਵੀ ਇੱਕ ਟਾਈਮ ਸੀਗਾ ਜਦੋਂ 4G ਟੈਕਨੋਲੋਜੀ ਨਹੀਂ ਸੀਗੀ ਜੀ। ਇੰਡੀਆ ਵਿੱਚ ਮੋਬਾਈਲ ਡੇਟਾ ਬਹੁਤ ਜ਼ਿਆਦਾ ਐਕਸਪੈਂਸਿਵ ਹੋਇਆ ਕਰਦਾ ਸੀ। ਇਨਫੈਕਟ ਇੰਡੀਆ ਵਿੱਚ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਐਕਸਪੈਂਸਿਵ ਮੋਬਾਈਲ ਡੇਟਾ ਦੀ ਲਿਸਟ ਵਿੱਚ ਅਸੀਂ ਆਉਂਦੇ ਸੀ ਜੀ। 4G ਆਉਣ ਕਰਕੇ ਹੁਣ ਅੱਜ ਦੀ ਡੇਟ ਵਿੱਚ
ਸਾਡੀ ਪੂਰੀ ਦੁਨੀਆ 'ਚੋਂ ਸਭ ਤੋਂ ਚੀਪ, ਸਭ ਤੋਂ ਸਸਤਾ ਮੋਬਾਈਲ ਡਾਟਾ ਇੰਡੀਆ ਵਿੱਚ ਅਵੇਲੇਬਲ ਹੈ, ਜਿਸ ਕਰਕੇ ਸਾਡੇ ਯੂਥ ਨੇ ਬਹੁਤ ਸਿੱਖਿਆ ਐਂਡ ਐਂਟਰਟੇਨਮੈਂਟ ਲਈ ਵੀ ਯੂਜ਼ ਹੋ ਰਿਹਾ, ਪੜ੍ਹਾਈ ਲਈ ਵੀ ਯੂਜ਼ ਹੋ ਰਿਹਾ, ਹਰ ਤਰੀਕੇ ਨਾਲ ਇਸਤੇਮਾਲ ਹੋ ਰਿਹਾ। ਕਿਉਂਕਿ ਕੋਵਿਡ ਕਰਕੇ ਹੁਣ ਕਲਾਸਿਸ ਸਾਰੀਆਂ ਆਨਲਾਈਨ ਲੱਗਦੀਆਂ, ਹੁਣ ਤਾਂ ਬਹੁਤ ਜ਼ਿਆਦਾ ਇਸਤੇਮਾਲ ਹੋ ਰਿਹਾ। ਜਿਹੜਾ ਬੰਦਾ ਈਵਨ ਨਹੀਂ ਵੀ ਨੈਟ ਚਲਾਉਂਦਾ ਸੀ, ਜਿਹਨੂੰ ਨਹੀਂ ਵੀ ਲੈਪਟਾਪ ਦਾ, ਕੰਪਿਊਟਰ ਦਾ ਪਤਾ ਸੀ, ਉਹ ਵੀ ਹੁਣ ਜਿੱਦਾਂ ਅਸੀਂ ਐਜ਼ ਅ ਟੀਚਰ ਵੀ ਅਸੀਂ ਹਰ ਚੀਜ਼ ਹੁਣ ਪੜ੍ਹਾ ਵੀ ਰਹੇ ਹਾਂ ਤੇ ਬੱਚੇ ਵੀ ਸੁਣ ਰਹੇ ਹਾਂ। ਅਸੀਂ ਪਹਿਲੇ ਬੱਚਿਆਂ ਨੂੰ ਅਵੋਇਡ ਕਰਵਾਉਂਦੇ ਸੀ, ਹੁਣ ਅਸੀਂ ਕਹਿ ਰਹੇ ਹਾਂ ਕਿ ਬੱਚੇ ਮੋਬਾਈਲ ਤੇ ਹੀ ਸਿੱਖਣ। ਬਿਲਕੁਲ ਬੱਚਿਆਂ ਦੇ ਲਈ ਥੋੜਾ ਚਿਰ ਪਹਿਲਾਂ ਮੁਹਿੰਮ ਹੀ ਚੱਲੀ ਸੀ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ, ਪਰ ਹੁਣ ਕਹਿੰਦੇ ਜੀ ਮੋਬਾਈਲ ਹਰ ਬੱਚੇ ਨੂੰ ਫੜਾਓ, ਉਹਦੀ ਨੈਸੈਸਿਟੀ ਬਣ ਗਈ। ਜੀ ਬਿਲਕੁਲ। ਸੋ 4G ਕਰਕੇ ਪੋਸੀਬਲ ਹੋ ਪਾਇਆ ਇਹ ਸਭ ਕੁਝ। ਇਸੇ ਤਰੀਕੇ ਨਾਲ ਇਸੇ ਕ੍ਰਮ ਵਿੱਚ ਅੱਗੇ ਵਧਦੇ ਹੋਏ ਜਿਹੜੀ ਨੈਕਸਟ ਜਨਰੇਸ਼ਨ ਹੈਗੀ ਹੈ ਟੈਕਨੋਲੋਜੀ, ਉਹਦਾ ਨਾਮ ਹੈਗਾ 5G 5th ਜਨਰੇਸ਼ਨ, ਜਿਹਦੇ ਵਿੱਚ ਸਾਨੂੰ ਇਸ ਤੋਂ ਵੀ ਜ਼ਿਆਦਾ ਸਪੀਡ ਤੇ ਸਪੀਡ ਤੋਂ ਇਲਾਵਾ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ, ਜਿੱਦਾਂ ਡਾਕਟਰ ਸਾਹਿਬ ਨੇ ਵੀ ਜ਼ਿਕਰ ਕੀਤਾ, ਲੇਟੈਂਸੀ। ਬਹੁਤ ਸਮਾਲ ਘੱਟ ਲੇਟੈਂਸੀ ਮਿਲੇਗੀ। ਜੇ ਤੁਸੀਂ ਅਲਾਓ ਕਰੋ ਮੈਂ ਇਸ ਤੇ ਥੋੜਾ ਜਿਹਾ ਐਲੈਬੋਰੇਟ ਕਰਦਾ। ਅੱਜ ਦੀ ਡੇਟ ਵਿੱਚ ਜੇ ਅਸੀਂ ਆਪਣੇ ਮੋਬਾਈਲ ਤੇ ਕੋਈ ਵੀ ਕਮਾਂਡ ਦਿੰਦੇ ਆ, ਉਹ ਕੈਲੀਫੋਰਨੀਆ ਸਰਵਰ ਮੰਨ ਲਓ ਜਾਂਦੀ ਹੈ, ਕੈਲੀਫੋਰਨੀਆ ਜਾ ਕੇ ਵਾਪਸ ਆਉਂਦੀ ਹੈ, ਉਹਨੂੰ 100 ਮਿਲੀ ਸੈਕਿੰਡ ਲੱਗਦੇ, ਯਾਨੀ ਸੈਕਿੰਡ ਦਾ 10ਵਾਂ ਹਿੱਸਾ। ਇਹ ਸੁਣਨ ਨੂੰ ਬਹੁਤ ਤੇਜ਼ ਲੱਗਦਾ, ਪਰ 5G ਵਿੱਚ ਉਹ 100 ਮਿਲੀ ਸੈਕਿੰਡ ਘੱਟ ਕੇ 1 ਮਿਲੀ ਸੈਕਿੰਡ ਰਹਿ ਜਾਏਗਾ। ਓਕੇ, यानी 1%, बस 100 गुना स्पीड तेज होगी। 100 गुना एक तरीके नाल कह लो कि लेटेंसी घट होगी, स्पीड तेज होगी। ਤੇ ਲੇਟੈਂਸੀ ਘੱਟ ਕਰਨਾ ਕਿਉਂ ਜ਼ਰੂਰੀ ਹੈ ਕਿ ਜਿੱਦਾਂ ਤੁਸੀਂ ਸੁਣ ਰਹੇ ਹੋਗੇ ਸੈਲਫ ਡਰਾਈਵਿੰਗ ਕਾਰਸ ਚੱਲ ਰਹੀਆਂ ਅਮਰੀਕਾ ਵਿੱਚ, ਹੋਰ ਇਸ ਤਰੀਕੇ ਦੀ ਨਈ ਐਪਲੀਕੇਸ਼ਨਸ ਆ ਰਹੀਆਂ। ਸੋ ਲੇਟੈਂਸੀ ਘੱਟ ਹੋਣ ਕਰਕੇ ਹੁਣ ਇੱਕ ਕਾਰ ਦੂਜੀ ਕਾਰ ਨਾਲ ਲਗਾਤਾਰ ਗੱਲ ਕਰ ਪਾ ਰਹੀ ਹੈ ਜੀ, ਬਿਲਕੁਲ ਰੀਅਲ ਟਾਈਮ ਵਿੱਚ ਗੱਲ ਕਰ ਪਾ ਰਹੀ ਹੈ। ਜੇ ਗੱਡੀਆਂ ਨੇ ਸੈਲਫ ਡਰਾਈਵ ਕਰਨਾ ਤੇ ਇੱਕ ਗੱਡੀ ਨੂੰ ਦੂਜੀ ਗੱਡੀ ਦੀ ਲੋਕੇਸ਼ਨ ਪਤਾ ਹੋਣੀ ਚਾਹੀਦੀ, ਜੇ ਉਹਦੇ ਵਿੱਚ 100 ਮਿਲੀ ਸੈਕਿੰਡ ਦਾ ਫਰਕ ਪੈ ਗਿਆ ਤਾਂ ਐਕਸੀਡੈਂਟ ਹੋ ਸਕਦਾ ਜੀ। ਸੋ 5G ਟੈਕਨੋਲੋਜੀ ਦੇ ਨਾਲ ਹੀ ਇਹ ਸਭ ਕੁਝ ਪੋਸੀਬਲ ਹੋ ਪਾਏਗਾ ਕਿ ਜਿਹੜਾ ਦੁਨੀਆ ਦਾ ਨਵਾਂ ਰੂਪ ਆਣਾ ਇਸ ਤੋਂ ਬਾਅਦ ਉਹ 5G ਟੈਕਨੋਲੋਜੀ ਇਨੇਬਲ ਕਰੇ। ਨਿਊਯਾਰਕ ਦਾ ਤੁਸੀਂ ਜ਼ਿਕਰ ਕੀਤਾ ਹੋਣਾ, ਨਿਊਯਾਰਕ ਤੱਕ ਜਾਂਦੀ ਹੈ? ਕੈਲੀਫੋਰਨੀਆ ਓਕੇ ਜੀ। ਜਿੱਦਾਂ ਮੈਂ ਐਗਜ਼ਾਮਪਲ ਲੈ ਰਿਹਾ ਕਿ ਗੂਗਲ ਦੇ ਸਰਵਰ ਕੈਲੀਫੋਰਨੀਆ ਰੱਖੇ ਜਾਂਦੇ ਜ਼ਿਆਦਾਤਰ। ਜਦੋਂ ਅਸੀਂ ਗੂਗਲ ਤੇ ਕੁਝ ਸਰਚ ਕਰਦੇ ਹਾਂ ਜੀ, ਸਾਡੀ ਰਿਕੁਐਸਟ ਪਹਿਲਾਂ ਉਹਨ ਕੈਲੀਫੋਰਨੀਆ ਦੇ ਸਰਵਰਸ ਤੇ ਜਾਂਦੀ ਹੈ, ਉੱਥੋਂ ਸਾਨੂੰ ਜਵਾਬ ਆਉਂਦਾ। ਉਹ ਸਾਰੇ ਪ੍ਰੋਸੈਸ ਵਿੱਚ 100 ਮਿਲੀ ਸੈਕਿੰਡ ਲੱਗਦਾ ਅੱਜ ਦੀ ਡੇਟ ਵਿੱਚ। ਓਕੇ, 5G ਵਿੱਚ ਉਹ 100 ਮਿਲੀ ਸੈਕਿੰਡ ਤੋਂ ਘੱਟ ਕੇ 1 ਮਿਲੀ ਸੈਕਿੰਡ ਰਹਿ ਜਾਏਗਾ। ਸੋ ਮੈਂ ਥੋੜਾ ਜਿਹਾ ਹਾਂਜੀ ਮੈਂ ਸਰ ਇਹ ਐਡ ਕਰਦਾ, ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਆਉਣ ਵਾਲਾ ਟਾਈਮ ਹੈ, ਆਪਾਂ ਇਵਨ ਸਮਾਰਟ ਸਿਟੀਜ਼ ਦੀ ਗੱਲ ਕਰ ਰਹੇ ਹਾਂ ਜੀ। ਡਿਵਾਈਸਿਸ ਸਮਾਰਟ ਹੋ ਗਏ ਜੀ, ਟੀਵੀ ਸਮਾਰਟ ਹੋ ਗਏ, ਫ੍ਰਿਜ ਸਮਾਰਟ ਹੋ ਗਏ, ਬੰਦੇ ਵੀ ਸਮਾਰਟ ਹੋ ਗਏ। ਸੋ ਬੰਦੇ ਘੱਟ ਸਮਾਰਟ ਹੋ ਗਏ ਕਿਉਂਕਿ ਜੇ ਡਿਵਾਈਸਿਸ ਜ਼ਿਆਦਾ ਸਮਾਰਟ ਹੋਣਗੇ ਉਹ ਸਾਰੇ ਕੰਮ ਆਪ ਹੀ ਕਰ ਲੈਣਗੇ। ਜਿੱਦਾਂ ਹੁਣ ਸਰ ਨੇ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਕਿ ਵਹੀਕਲਰ ਅਡੌਕ ਨੈਟਵਰਕ ਬਣ ਰਿਹਾ, ਜਿਹਨੂੰ ਆਪਾਂ ਵੈਨੇਟ ਕਹਿ ਰਹੇ ਹਾਂ, ਕਿ ਵਹੀਕਲ ਆਪਣੇ ਆਪ ਕਮਿਊਨੀਕੇਟ ਕਰਨਗੇ। ਤੇ ਜੇ ਵਹੀਕਲ ਆਪਣੇ ਆਪ ਕਮਿਊਨੀਕੇਟ ਕਰਨਗੇ ਤੇ ਉਹਨਾਂ ਦਾ ਇਹ ਹੋਗਾ ਕਿ ਡਿਸਟੈਂਸ ਵੀ, ਫॉर ਐਗਜ਼ਾਮਪਲ ਜੇ ਹੁਣ ਐਕਸੀਡੈਂਟ ਅੱਜਕੱਲ ਬਹੁਤ ਹੋ ਰਹੇ ਆ ਜੀ, ਹੁਣ ਜੇ ਕਾਰਾਂ ਆਪਣੀ ਕਮਿਊਨੀਕੇਟ ਕਰਨਗੀਆਂ ਤਾਂ ਇਹ ਵੀ ਦੱਸਣਗੀਆਂ ਕਿ ਕਿੰਨਾ ਪ੍ਰੋਪਰ ਡਿਸਟੈਂਸ ਮੇਨਟੇਨ ਹੋਣਾ ਚਾਹੀਦਾ ਹੈ। ਤੇ ਇੱਕ ਹੋਰ ਬੈਨੀਫਿਟ ਹੈ ਜਿੱਦਾਂ ਹੁਣ ਸਮਾਰਟ ਸਿਟੀਜ਼ ਆਪਾਂ ਗੱਲ ਕਰ ਰਹੇ ਹਾਂ ਕਿ ਸਟਰੀਟ ਲਾਈਟਸ, ਗਾਰਬੇਜ ਕਲੈਕਸ਼ਨ ਸਿਸਟਮ, ਇਹ ਸਾਰੀਆਂ ਚੀਜ਼ਾਂ ਵਿਦਨ ਲੋ ਲੇਟੈਂਸੀ ਚਾਹੀਦੀਆਂ। ਲੋ ਲੇਟੈਂਸੀ ਮਤਲਬ ਕਿ ਸਾਰੀਆਂ ਸਿਸਟਮ ਨੂੰ ਇਦਾਂ ਨਾ ਹੋਵੇ ਕਿ ਆਪਾਂ ਕਮਾਂਡ ਦਈਏ ਤਾਂ ਕੁਝ ਸੈਕਿੰਡ ਬਾਅਦ ਕਿੰਨੇ ਟਾਈਮ ਬਾਅਦ ਆਣ। ਤੇ 5G ਨੈਟਵਰਕ ਦਾ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਜੇ ਆਪਾਂ ਹੁਣ ਅੱਜ ਕੱਲ੍ਹ ਦਾ ਜ਼ਮਾਨਾ ਇੰਟਰਨੈਟ ਆਫ ਥਿੰਗਸ ਹੈ ਜੀ ਕਿ ਕਿਉਂਕਿ ਡਿਵਾਈਸਿਸ ਪੋਪੂਲੇਸ਼ਨ ਵੱਧ ਰਹੀ ਹੈ। ਜੇ ਆਪਾਂ ਹਿਊਮਨ ਬੀਇੰਗ ਦੀ ਪੋਪੂਲੇਸ਼ਨ ਦੀ ਗੱਲ ਕਰੀਏ, ਵਰਲਡ ਪੋਪੂਲੇਸ਼ਨ ਅਰਾਊਂਡ 7-8 ਬਿਲੀਅਨ ਤੇ ਡਿਵਾਈਸ ਦੀ ਪੋਪੂਲੇਸ਼ਨ ਮੋਰ ਦੈਨ 50 ਬਿਲੀਅਨ। ਤੇ ਡਾਕਟਰ ਸਾਹਿਬ ਜਿਹੜਾ ਤੁਸੀਂ ਹੁਣ ਜਵਾਬ ਦੇ ਰਹੇ ਹੋ ਨਾ, ਇਹ ਸਵਾਲ ਮੇਰਾ ਅਗਲਾ ਸੀਗਾ ਕਿ 5G ਦੀ ਲੋੜ ਕੀ ਹੈ? ਹਾਂਜੀ ਬਿਲਕੁਲ ਰਾਈਟ, ਉਹਦੇ 'ਚ ਤੁਹਾਡੀਆਂ ਸਾਰੀਆਂ ਗੱਲਾਂ ਆਉਣਗੀਆਂ ਕਿ ਜਿਹੜਾ ਸਮਾਰਟ ਸਿਟੀ ਵਾਸਤੇ ਸਭ ਤੋਂ ਵੱਡਾ ਲੋੜ ਤੁਸੀਂ ਦੱਸੀ ਹੈ, ਹੋਰ ਕਾਰ ਜਿਹੜੀਆਂ ਆਟੋਮੈਟਿਕ ਚੱਲਣੀਆਂ ਜੀ। ਉਸ ਤੋਂ ਇਲਾਵਾ ਇੱਕ ਬੜਾ ਇੰਟਰਸਟਿੰਗ ਐਗਜ਼ਾਮਪਲ, ਰੀਸੈਂਟਲੀ ਇੱਕ ਮੈਡੀਕਲ ਡਾਕਟਰ ਨਾਲ ਗੱਲ ਹੋ ਰਹੀ ਸੀ ਜੀ। ਹੁਣ ਇਹ ਪੋਸੀਬਲ ਹੋ ਗਿਆ ਹੈ ਕਿ ਰਿਮੋਟ ਸਰਜਰੀ ਨਾਮ ਦਾ ਇੱਕ ਕਨਸੈਪਟ ਹੈਗਾ ਜੀ ਕਿ ਡਾਕਟਰ ਭਾਵੇਂ ਅਮਰੀਕਾ ਬੈਠੇ ਨੇ, ਜਿਹੜੇ ਪੇਸ਼ੈਂਟ ਨੇ ਉਹ ਇੰਡੀਆ ਵਿੱਚ ਹੈਗੇ, ਡਾਕਟਰ ਅਮਰੀਕਾ ਤੋਂ ਬਹਿ ਕੇ ਇੰਡੀਆ ਵਿੱਚ ਰੋਬੋਟਿਕ ਸਰਜਰੀ ਕਰ ਪਾ ਰਹੇ ਨੇ ਜੀ। ਨਾਓ ਇਹ ਵੀ ਇੱਕ ਇੱਦਾਂ ਦੀ ਐਪਲੀਕੇਸ਼ਨ ਹੈ ਜਿਹਦੇ ਵਿੱਚ ਗਲਤੀ ਦੀ ਗੁੰਜਾਇਸ਼ ਬਿਲਕੁਲ ਨਹੀਂ ਹੈਗੀ ਜੀ, ਲੇਟੈਂਸੀ ਦੀ ਗੁੰਜਾਇਸ਼ ਬਿਲਕੁਲ ਨਹੀਂ ਹੈਗੀ। ਅਸੀਂ ਇਹ ਨਹੀਂ ਅਫੋਰਡ ਕਰ ਸਕਦੇ ਕਿ ਉੱਥੋਂ ਉਹਨਾਂ ਨੇ ਕੋਈ ਐਕਸ਼ਨ ਲਿਆ ਤੇ ਇੱਥੇ ਉਹ ਐਕਸ਼ਨ ਪਹੁੰਚਣ ਵਿੱਚ ਲੇਟ ਹੋ ਗਿਆ। ਸੋ ਉਹ ਟਾਈਮ ਅਸੀਂ ਚੂੰਕਿ ਨਹੀਂ ਅਫੋਰਡ ਕਰ ਸਕਦੇ, ਇਸ ਕਰਕੇ ਰੋਬੋਟਿਕ ਸਰਜਰੀ ਵਿੱਚ ਵੀ 5G ਟੈਕਨੋਲੋਜੀ ਦੀ ਬਹੁਤ ਅਹਿਮ ਭੂਮਿਕਾ ਹੋਣ ਵਾਲੀ ਹੈ ਜੀ। ਸੋ ਇਸ ਤਰੀਕੇ ਦੀ ਲਾਈਫ ਚੇਂਜਿੰਗ ਐਪਲੀਕੇਸ਼ਨਸ ਅਸੀਂ 5G ਟੈਕਨੋਲੋਜੀ ਨਾਲ ਦੇਖਣ ਜਾ ਰਹੇ ਹਾਂ। ਇਹੀ ਤੁਹਾਡੇ ਪ੍ਰੋਬਬਲੀ ਸਵਾਲ ਦਾ ਜਵਾਬ ਹੈ ਕਿ ਸਾਨੂੰ ਜ਼ਰੂਰਤ ਕੀ ਹੈ 5G। ਸੋ 5G ਦੀ ਇਹੀ ਸਾਰੀ। ਤੇ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਕਿ 5G ਦਾ ਸਾਡੀ ਸਿਹਤ ਤੇ ਕੋਈ ਮਾੜਾ ਅਸਰ ਵੀ ਪੈ ਰਿਹਾ ਜਾਂ ਪਏਗਾ?
ਸਰ ਦੇਖੋ, ਇਹ ਇੱਕ ਮਿਥ ਹੈ ਜਿਹੜਾ ਤੁਸੀਂ ਅੱਜ ਕੱਲ੍ਹ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਬਹੁਤ ਆ ਰਿਹਾ ਹੈ ਕਿ ਜੀ ਬਰਡ ਜਿਹੜੇ ਆ ਮਰ ਰਹੇ ਹੈ, ਕਰੋਨਾ ਵਾਇਰਸ ਸਿਰਫ ਹੋਰ ਕੁਝ ਨਹੀਂ ਹੈ, 5G ਦਾ ਇੰਪੈਕਟ ਹੈ। ਇਹ ਸਾਰੇ ਮਿਥ ਹੈ। WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਵੀ ਇਹ ਪ੍ਰੂਵ ਕਰਤਾ ਕਿ 5G ਟੈਕਨੋਲੋਜੀ ਦਾ ਕਰੋਨਾ ਵਾਇਰਸ ਜਾਂ ਬਰਡਸ ਦੇ ਕਿਲਿੰਗ ਨਾਲ ਕੋਈ ਰਿਲੇਸ਼ਨ ਨਹੀਂ ਹੈ। ਇਹ ਮੈਂ ਥੋੜਾ ਜਿਹਾ ਇਲੈਬੋਰੇਟ ਕਰਦਾ ਤੁਹਾਨੂੰ ਕਿ ਇਹ ਕਿੱਦਾਂ ਸੋਸ਼ਲ ਮੀਡੀਆ ਤੇ ਆਇਆ ਕਿ 2018 ਚ ਨੀਦਰਲੈਂਡਸ ਸਟਰਲਿੰਗ ਨਾਮ ਦਾ ਇੱਕ ਬਰਡ ਸੀ 2018 ਚ 300 ਬਰਡ ਉੱਥੇ ਮਰੇ ਮਿਲੇ ਤੇ ਜਦੋਂ ਬਰਡ ਮਲੇ ਮਿਲੇ, ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਜਿਹੜੀ ਮਿਸ ਇਨਫੋਰਮੇਸ਼ਨ ਹੈ ਜ਼ਿਆਦਾ ਫਲੋਟ ਹੁੰਦੀ ਹੈ ਇਨਸਟੈਡ ਆਫ ਕੋਈ ਐਕੂਰੇਟ ਇਨਫੋਰਮੇਸ਼ਨ। ਐਂਡ ਇਵਨ ਕਈ ਜਿਹੜੇ ਫੇਕ ਮੀਡੀਆਜ਼ ਹੈ ਐਂਡ ਆਲ ਹੈ, ਉਹ ਕੀ ਕਰਦੇ ਆ ਕਿ ਕਈ ਇਨਫੋਰਮੇਸ਼ਨ ਕੁਐਸਚਨ ਮਾਰਕ ਪਾ ਕੇ ਦੇ ਦਿੰਦੇ ਕਿ ਡਸ 5G ਰਿਸਪੌਂਸਿਬਲ ਫॉर ਕਿਲਿੰਗ ਆਫ ਥੀਸ ਬਰਡਸ। ਉਹਨਾਂ ਦਾ ਮਤਲਬ ਸਿਰ ਇਹ ਹੁੰਦਾ ਕਿ ਸਾਡਾ ਵੀਡੀਓ ਦੇਖੋ, ਨੰਬਰ ਆਫ ਕਲਿੱਕਸ ਵਧਾਓ, ਵਿਊਜ਼ ਵਧਾਓ ਤਾਂ ਕਿ ਸਾਨੂੰ ਉਹ ਤੋਂ ਅਰਨ ਹੋਵੇ। ਤੇ ਉਹ ਬਰਡਸ ਮਰੇ ਮਿਲੇ ਤੇ ਉਹਨੂੰ ਰਿਲੇਟ ਕੀਤਾ ਗਿਆ ਕਿ ਉਸ ਟਾਈਮ ਤੇ ਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਤੁਸੀਂ ਕਹਿ ਸਕਦੇ ਹੋ ਕਿ 5G ਦੀ ਟੈਸਟਿੰਗ ਵੀ ਸ਼ੁਰੂ ਹੋ ਗਈ ਸੀ ਕਿ 2019 ਸਟਾਰਟਿੰਗ ਐਂਡ 2018 ਲਾਸਟ। ਤੇ ਉਹਨੂੰ ਰਿਲੇਟ ਕੀਤਾ ਗਿਆ ਵਿਦਆਊਟ ਐਨੀ ਐਵੀਡੈਂਸ ਕਿ ਕਿਤੇ ਇਹਦਾ ਰਿਲੇਸ਼ਨ ਇਹ ਤਾਂ ਨਹੀਂ ਕਿ 5G ਦੀ ਟੈਸਟਿੰਗ ਚੱਲ ਰਹੀ ਹੈ ਤੇ ਉਧਰ ਬਰਡ ਮਰ ਗਏ। ਕਿਸੇ ਨੇ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਬਰਡ ਫਲੂ ਵੀ ਹੋ ਸਕਦਾ ਜੀ। ਤੇ ਉਹਦੇ ਤੋਂ ਬਾਅਦ 2018 ਐਂਡ 'ਚ ਇੱਕ ਮੂਵੀ ਆਈ ਰਜਨੀਕਾਂਤ ਦੀ 2.0 ਜੀ। ਉਹਦੇ 'ਚ ਵੀ ਉਹਨਾਂ ਨੇ ਸੇਮ ਕੰਸੈਪਟ ਦਿਖਾਤਾ ਕਿ ਬੈਟਸ ਜਿਹੜੇ ਆ ਉਹ ਮਰ ਰਹੇ ਆ ਡਿਊ ਟੂ ਟੈਲੀਕਾਮ ਟੈਕਨੋਲੋਜੀ ਜੀ, ਵਿਦਆਊਟ ਐਨੀ ਐਵੀਡੈਂਸ। ਉਹ ਟੈਕਨੋਲੋਜੀ ਦਾ ਮਿਸਯੂਜ਼ ਜਾਂ ਮਿਸ ਇਨਫੋਰਮੇਸ਼ਨ ਕਮਿਊਨੀਕੇਟ ਕੀਤੀ ਗਈ ਆਪਣੇ ਹਿੱਟਸ ਲੈਣ ਲਈ ਜੀ। ਤੇ ਉਹ ਜਦੋਂ ਇੱਕ ਦੋ ਚੀਜ਼ਾਂ ਇਕੱਠੀਆਂ ਆ ਗਈਆਂ ਮਾਰਕੀਟ 'ਚ, ਉਹ ਇੱਕ ਵੇਵ ਬਣ ਗਈ ਨੈਗੇਟਿਵ ਪ੍ਰੋਪੇਗੈਂਡਾ। ਕਿਉਂਕਿ ਨੈਗੇਟਿਵ ਮੈਂ ਦੱਸਿਆ ਕਿ ਜ਼ਿਆਦਾ ਇੰਪੈਕਟ ਕਰਦੀਆਂ। ਤੇ ਜਦੋਂ ਮਾਰਕੀਟ 'ਚ ਆ ਗਿਆ, ਇਹਦਾ ਮਤਲਬ ਮਿਸ ਇਨਫੋਰਮੇਸ਼ਨ ਚਲੇਗੀ ਮਾਰਕੀਟ 'ਚ ਕਿ 5G ਹੋ ਸਕਦਾ। ਪਰ WHO ਨੇ ਕਲੀਅਰ ਕੀਤਾ ਕਿ 5G ਦਾ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ। ਜਿੱਦਾਂ 4G ਸੇਫ ਸੀ, ਜਿੰਨਾ 4G ਦਾ ਇੰਪੈਕਟ ਸੀ, ਕਿਉਂਕਿ ਸਾਰੀਆਂ ਇਲੈਕਟ੍ਰੋਮੈਗਨੈਟਿਕ ਵੇਵ ਉਹੀ 4G ਵਾਲੀਆਂ ਯੂਜ਼ ਹੋ ਰਹੀਆਂ, ਸਿਰਫ ਟੈਕਨੋਲੋਜੀ ਚੇਂਜ ਹੋਈ ਹੈ। ਸਾਰਥਕ ਜੀ ਕੁਝ ਕਹਿਣਾ ਚਾਹੁੰਦੇ ਪਏ ਜੀ? ਬਾਅਦ ਚ ਇਹ ਚੀਜ਼ ਕਲੈਰੀਫਾਈ ਵੀ ਕੀਤੀ ਗਈ ਕਿ ਜਿਹੜੇ ਉਹ ਬਰਡਸ ਮਰੇ ਪਾਏ ਗਏ ਸੀ, ਉਹਨਾਂ ਦਾ ਐਕਚੁਅਲੀ ਰੀਜ਼ਨ ਇੱਕ ਮਾਈਲਡ ਪੋਇਜ਼ਨਿੰਗ ਕਰਕੇ ਸੀਗਾ। ਨੇੜਲੇ ਇੱਕ ਬਾਗ ਵਿੱਚ ਕੋਈ ਪੋਇਜ਼ਨਸ ਬੈਰੀਜ਼ ਲੱਗਦੀਆਂ ਸੀਗੀਆਂ, ਉਹ ਬਰਡਸ ਨੇ ਇੰਜੈਸਟ ਕਰ ਲਈਆਂ, ਜਿਸ ਕਰਕੇ ਉਹ ਇਕੱਠੇ ਬਰਡਸ ਦੀ ਡੈਥ ਹੋ ਗਈ 30 ਬਰਡਸ ਦੀ। ਹਾਲਾਂਕਿ ਵੈਰੀ ਅਨਫੋਰਚੂਨੇਟ, ਬਟ ਜਦ ਤੱਕ ਇਹ ਚੀਜ਼ ਸੱਚਾਈ ਬਾਹਰ ਆ ਪਾਉਂਦੀ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਇਹ ਖਬਰ ਫੈਲ ਚੁੱਕੀ ਸੀ ਕਿ 5G ਦੀ ਟੈਸਟਿੰਗ ਕਰਕੇ ਉਹਦੇ ਨਾਲ ਇਸ ਨੂੰ ਜੋੜ ਦਿੱਤਾ ਗਿਆ ਸੀ, ਵਿਚ ਇਜ਼ ਵੈਰੀ ਅਨਫੋਰਚੂਨੇਟ। ਇੱਥੇ ਫੈਕਟ ਇਹ ਹੈ, ਜੇ ਤੁਸੀਂ ਸਾਇੰਟੀਫਿਕ ਫੈਕਟਸ ਦੀ ਗੱਲ ਕਰੋ, 5G ਵਿੱਚ ਜਿਸ ਫ੍ਰੀਕੁਐਂਸੀ ਦੀ ਵੇਵਸ ਇਸਤੇਮਾਲ ਹੁੰਦੀ ਹੈ ਉਹਨਾਂ ਨੂੰ ਨਾਨ ਆਇਓਨਾਈਜ਼ਿੰਗ ਜਾਂ ਆਮ ਭਾਸ਼ਾ ਵਿੱਚ ਕਹੀਏ ਕਿ ਖਤਰਨਾਕ ਨਹੀਂ ਹੈਗੀਆਂ ਉਹ ਵੇਵਸ। ਜਿਹੜੀ ਆਇਓਨਾਈਜ਼ਿੰਗ ਅਸਲ ਵਿੱਚ ਖਤਰਨਾਕ ਵੇਵਸ ਹੁੰਦੀਆਂ, ਉਹ ਉਸ ਤੋਂ 10 ਲੱਖ ਗੁਣਾ ਜ਼ਿਆਦਾ ਹਾਈ ਫ੍ਰੀਕੁਐਂਸੀ ਵੇਵਸ ਹੁੰਦੀਆਂ। ਜੇ ਅਸੀਂ 10 ਗੁਣਾ ਲੱਖ ਉੱਤੇ ਜਾਈਏ ਫ੍ਰੀਕੁਐਂਸੀ ਵਿੱਚ, ਤਾਂ ਜਾ ਕੇ ਉਹ ਖਤਰਨਾਕ ਬਣਨੀਆਂ ਸ਼ੁਰੂ ਹੁੰਦੀਆਂ। ਅਸੀਂ ਖਤਰਨਾਕ ਵੇਵਸ ਤੋਂ 10 ਲੱਖ ਗੁਣਾ ਥੱਲੇ ਫ੍ਰੀਕੁਐਂਸੀ ਤੇ ਕੰਮ ਕਰ ਰਹੇ ਹਾਂ। ਇਹ ਬਿਲਕੁਲ ਸੇਫ ਨੇ। WHO ਨੇ ਵੀ ਪ੍ਰਮਾਣਿਤ ਕੀਤਾ ਹੈ, ਯੂਨਾਈਟਿਡ ਨੇਸ਼ਨਸ ਨੇ ਵੀ ਇਸ ਦੀ ਗੱਲ ਕੀਤੀ ਹੈ। ਤੇ ਜਿਹੜੀ ਇਹ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ, ਇਹ ਬਹੁਤ ਨੁਕਸਾਨ ਕਰ ਰਹੀ ਹੈ, ਕਿਉਂਕਿ ਲੋਕਾਂ ਨੂੰ ਭ੍ਰਮਿਤ ਕੀਤਾ ਜਾ ਰਿਹਾ ਤੇ ਧਿਆਨ ਭਟਕ ਰਿਹਾ। ਮੇਰੇ ਦੋਵੇਂ ਮਾਹਿਰ ਮਹਿਮਾਨਾਂ ਨੇ ਇੱਕੋ ਗੱਲ ਕਹੀ ਹੈ ਕਿ ਬਰਡਸ 'ਤੇ ਇਹਨਾਂ ਦਾ ਕੋਈ ਅਸਰ ਨਹੀਂ, ਪਰ ਮੇਰਾ ਪਰਸਨਲ ਐਕਸਪੀਰੀਅੰਸ ਮੈਨੂੰ ਜੋ ਲੱਗ ਰਿਹਾ, ਤੁਹਾਨੂੰ ਨਹੀਂ ਲੱਗ ਰਿਹਾ ਕਿ ਚਿੜੀਆਂ ਖਤਮ ਹੋ ਗਈਆਂ ਕਿਤੋਂ? ਸਰ ਮੈਂ ਇੱਕ ਥੋੜੀ ਜਿਹੀ ਐਗਜ਼ਾਮਪਲ ਦਊਂਗਾ ਕਿ ਅਸੀਂ ਮੰਨਦੇ ਹਾਂ ਤੁਹਾਡੀ ਗੱਲ ਬਿਲਕੁਲ ਕਿ ਚਿੜੀਆਂ ਖਤਮ ਹੋ ਰਹੀਆਂ। ਈਵਨ ਕਈ ਸੋਸ਼ਲ ਮੀਡੀਆ ਦੇ ਵੀਡੀਓਜ਼ ਜਾਂ ਬਲੌਗਸ 'ਚ ਵੀ ਕਈ ਚੀਜ਼ਾਂ ਆ ਰਹੀਆਂ ਕਿ ਬਰਡਸ ਖਤਮ ਹੋ ਰਹੇ। ਬਰਡਸ ਤੋਂ ਇੱਕ ਹੋਰ ਚੀਜ਼ ਹੈ ਜਿੱਦਾਂ ਮਾਈਗ੍ਰੇਟਰੀ ਬਰਡਸ ਹੁੰਦੇ ਆ। ਮਾਈਗ੍ਰੇਟਰੀ ਬਰਡਸ ਕੀ ਹੈ ਕਿ ਬਹੁਤ ਦੂਰ ਦੂਰ ਤੱਕ ਟਰੈਵਲ ਕਰਦੇ ਆ, ਆਸਟ੍ਰੇਲੀਆ ਤੋਂ ਆਉਂਦੇ ਆ। ਇੱਕ ਹੋਰ ਨਿਊਜ਼ ਫਲੋਟ ਹੋ ਰਹੀ ਸੀ ਕਿ ਜਿੱਦਾਂ ਜਿੰਨੇ ਵੀ BTS ਹੈ, ਉਹਨਾਂ ਕੋਲ ਬਰਡਸ ਮਰੇ ਪਾਏ ਗਏ ਜੀ। ਉਹਨਾਂ ਕੋਲ ਬਰਡਸ ਮਰੇ ਪਾਏ ਗਏ। ਉਹਦਾ ਰੀਜ਼ਨ ਇਹ ਸੀ ਕਿ ਮਾਈਗ੍ਰੇਟਰੀ ਬਰਡਸ ਹੈ। ਹੁਣ ਜਿੱਦਾਂ ਆਪਾਂ ਕਿਤੇ ਰੋਡ ਤੇ ਜਾ ਰਹੇ ਹਾਂ ਫॉर ਐਗਜ਼ਾਮਪਲ, ਉਹ ਰੋਡ ਤੇ ਕੋਈ ਹਾਈ ਬੀਮ ਲਾਈਟ ਜੇ ਆਪਾਂ ਨੂੰ ਇੱਕਦਮ ਪਵੇ ਅੱਖਾਂ ਤੇ, ਆਪਾਂ ਵੀ ਆਪਣੇ ਡਿਫਲੈਕਟ ਹੋ ਜਾਈਦਾ, ਡਿਫਲੈਕਟ ਹੋ ਕੇ ਆਪਣਾ ਵੀ ਐਕਸੀਡੈਂਟ ਹੋ ਜਾਂਦਾ। ਤੇ ਉਹ ਪ੍ਰੂਫ ਇਹ ਹੋਇਆ ਕਿ ਇਹ ਉਹਦੀ ਰੇਡੀਏਸ਼ਨ ਕਰਕੇ ਨਹੀਂ ਮਰ ਰਹੇ। ਇਹ ਹੋ ਸਕਦਾ ਕਿ ਜਿਹੜੇ ਮਾਈਗ੍ਰੇਟਰੀ ਬਰਡਸ ਹੈ, ਜਿਹੜੇ ਆਪਣੇ ਲੋਕਲ ਬਰਡਸ ਹੈ, ਉਹ ਡਿਫਲੈਕਟ ਜਿਹੜੀ ਬੀਮ BTS ਦੇ ਉੱਪਰ ਲਾਈਟਸ ਲੱਗੀਆਂ ਹੁੰਦੀਆਂ, ਉਹ ਤੋਂ ਡਿਫਲੈਕਟ ਹੋ ਕੇ ਜਿਹੜੀਆਂ ਇਲੈਕਟ੍ਰਿਸਿਟੀ ਦੀ ਵਾਇਰਸ ਹੈ, ਕੀ ਪਤਾ ਉਹਨਾਂ ਦੇ ਕੰਟੈਕਟ 'ਚ ਆ ਕੇ ਮਰ ਰਹੇ ਹੋਣ, ਕਿਉਂਕਿ ਉਸ ਏਰੀਆ 'ਚ ਹੈ। ਹੁਣ ਚਿੜੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਤੇ ਚਿੜੀਆਂ ਕੁਝ ਟਾਈਮ ਲਈ ਮੈਂ ਦੇਖ ਰਿਹਾ ਸੀ ਕਿ ਨਹੀਂ ਹੈ, ਪਰ ਹੁਣ ਫਿਰ ਅਸੀਂ ਦੇਖ ਰਹੇ ਹਾਂ ਕਿ ਆਉਣੀਆਂ ਸ਼ੁਰੂ ਹੋ ਗਈਆਂ। ਪਰ ਆਪਾਂ ਟੈਕਨੋਲੋਜੀ ਜੇ 3G 4G ਸੇਮ ਵੇਵ ਯੂਜ਼ ਕਰ ਰਹੀ ਸੀ, ਹਜੇ ਤਾਂ 5G ਕਈ ਕੰਟਰੀਆਂ 'ਚ ਆਈ ਨਹੀਂ, ਪਰ ਉੱਥੇ ਵੀ ਨਹੀਂ ਹੈਗੀਆਂ ਉਹ ਚਿੜੀਆਂ।
ਤੇ 5G ਦਾ ਆਈ ਡੋਂਟ ਥਿੰਕ ਇਹਦੇ ਨਾਲ ਕੋਈ ਰਿਲੇਸ਼ਨ ਹੈ। ਰਾਈਟ। ਬਾਕੀ ਜੀ ਤੁਸੀਂ ਜਿਹੜਾ ਪੁਆਇੰਟ ਰੇਜ਼ ਕੀਤਾ ਭੱਟੀ ਸਾਹਿਬ ਚਿੜੀਆਂ ਵਾਲਾ ਕਿ ਚਿੜੀਆਂ ਸਾਨੂੰ ਹੁਣ ਘੱਟ ਦਿਸਦੀਆਂ, ਖਤਮ ਹੋ ਰਹੀਆਂ, ਉਹ ਗੱਲ ਬਿਲਕੁਲ ਠੀਕ ਹੈ, ਪਰ ਗੱਲ ਫਿਰ ਉਹੀ ਹੈ ਕਿ ਇਸ ਦਾ ਕਾਰਨ 4G ਜਾਂ 5G ਨਾਲ ਜੋੜਨਾ ਠੀਕ ਨਹੀਂ ਹੈ। ਇਹਦੇ ਹੋਰ ਬਹੁਤ ਕਾਰਨ ਨੇ, ਬਹੁਤ এনवायरमेंटल ਫੈਕਟਰਸ ਨੇ ਜਿਹਦੇ ਕਰਕੇ ਚਿੜੀਆਂ ਦੀ ਪੋਪੂਲੇਸ਼ਨ, ਮਾਈਗ੍ਰੇਟਰੀ ਬਰਡਸ ਦੀ ਪੋਪੂਲੇਸ਼ਨ ਡ੍ਰੌਪ ਹੋ ਰਹੀ ਹੈ ਐਬਸੋਲੂਟਲੀ, ਐਂਡ ਉਹਨਾਂ ਅਸਲੀ ਕਾਰਨਾਂ ਦੇ ਪਾਸੇ ਸਾਨੂੰ ਧਿਆਨ ਦੇਣ ਦੀ ਐਕਚੁਅਲੀ ਲੋੜ ਹੈ। ਪਰ ਜੇ ਸਾਡਾ ਧਿਆਨ ਭਟਕਿਆ ਰਹੇਗਾ, ਅਸੀਂ 4G ਨੂੰ ਜਾਂ 5G ਨੂੰ ਇਸ ਦੇ ਜ਼ਿੰਮੇਦਾਰ ਮੰਨਾਂਗੇ ਤੇ ਅਸੀਂ ਗਲਤ ਥਾਂ ਤੇ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਾਂਗੇ। ਧਿਆਨ ਤੇ ਆਮ ਜਨਤਾ ਦਾ ਭਟਕ ਗਿਆ ਨਾ, ਜਿਹੜੇ ਸਾਡੇ ਜੀਵ ਵਿਗਿਆਨੀ ਨੇ ਉਹ ਕੀ ਕਰਦੇ ਪਏ, ਉਹਨਾਂ ਨੂੰ ਤੇ ਕੋਈ ਹੱਲ ਲੱਭਣਾ ਚਾਹੀਦਾ ਨਾ। ਜੀ ਤੇ ਚਿੜੀਆਂ ਦਾ ਜਿਹੜਾ ਕਹਿ ਲਓ ਵਿਲੁਪਤ ਹੋਣ ਦਾ ਜਾਂ ਘੱਟ ਹੋਣ ਦੇ ਜਿਹੜੇ এনवायरमेंटल ਫੈਕਟਰਸ ਨੇ, ਉਹਦੇ ਵਿੱਚ ਪੋਲੂਸ਼ਨ ਵੀ ਆਉਂਦਾ ਹੈ, ਉਹਦੇ ਵਿੱਚ ਗਲੋਬਲ ਵਾਰਮਿੰਗ ਵੀ ਇੱਕ ਫੈਕਟਰ ਹੈ, ਉਹਦੇ ਵਿੱਚ ਕਲਾਈਮੇਟ ਚੇਂਜ ਇੱਕ ਫੈਕਟਰ ਹੈ। ਉੱਥੇ ਸਾਨੂੰ ਧਿਆਨ ਦੇਣ ਦੀ ਲੋੜ ਹੈ, ਉੱਥੇ ਡੈਫੀਨਿਟਲੀ ਸਾਨੂੰ ਕੰਮ ਕਰਨ ਦੀ ਲੋੜ ਹੈ। ਜਿਹੜੇ ਸਾਡੇ ਜੰਗਲ ਕੱਟੇ ਜਾ ਰਹੇ ਨੇ ਉਸ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਉਹ ਸਹੀ ਏਰੀਆ ਹੈਗਾ ਸਾਡੇ ਫੋਕਸ ਲਈ। ਜੇ ਅਸੀਂ ਉਹ ਸਾਰਾ ਫੋਕਸ 4G ਜਾਂ 5G ਵਾਲੇ ਪਾਸੇ ਪਾਵਾਂਗੇ ਤੇ ਜਿਹੜੇ ਅਸਲ ਫੋਕਸ ਕਰਨ ਵਾਲੇ ਏਰੀਆਜ਼ ਨੇ ਉੱਥੇ ਸਾਡਾ ਫੋਕਸ ਨਹੀਂ ਜਾਏਗਾ ਤੇ ਅਸੀਂ ਉਸ ਤੇ ਫੰਡਿੰਗ ਨਹੀਂ ਦੇ ਪਾਵਾਂਗੇ, ਕੰਮ ਨਹੀਂ ਕਰ ਪਾਵਾਂਗੇ, ਫੋਕਸ ਨਹੀਂ ਕਰ ਪਾਵਾਂਗੇ ਜਿਹੜਾ ਸਾਨੂੰ ਕਰਨਾ ਚਾਹੀਦਾ। ਸਰ ਮੈਂ ਇੱਕ ਥੋੜੀ ਚੀਜ਼ ਇਹ ਚ ਐਡ ਕਰਨਾ ਚਾਹਾਂ ਕਿ ਜਿੱਦਾਂ ਸਰ ਨੇ ਕਿਹਾ ਕਿ ਫੋਕਸ ਭਟਕਾਇਆ ਜਾਂਦਾ ਹੈ ਕਿ ਮਿਸ ਇਨਫੋਰਮੇਸ਼ਨ ਜਿਹੜੀ ਆ ਰਹੀ ਹੈ ਮਾਰਕੀਟ 'ਚ, ਉਹਦੇ ਨਾਲ ਕੀ ਹੋ ਰਿਹਾ ਬੇਸਿਕਲੀ ਕਿ ਜਿਹੜਾ ਧਿਆਨ ਹੈ, ਜਿੱਦਾਂ ਹੁਣ ਆਪਾਂ ਰਿਲੇਟ ਕਰ ਰਹੇ ਹਾਂ ਉਹਨੇ ਰੀਸੈਂਟਲੀ ਕਿ ਕਰੋਨਾ ਵਾਇਰਸ ਦਾ ਵੀ ਇੱਕ ਰੀਜਨ 5G ਹੈ। ਹੁਣ ਜੇ ਕਰੋਨਾ ਵਾਇਰਸ ਦਾ 5G ਹੈ, ਜਿੱਦਾਂ ਮੈਂ ਅੱਗੇ ਵੀ ਗੱਲ ਕੀਤੀ ਕਿ ਕਈ ਕੰਟਰੀ ਤਾਂ ਜੇ 5G ਦੇ ਟ੍ਰਾਇਲ ਵੀ ਨਹੀਂ ਸ਼ੁਰੂ ਹੋਏ, ਬਿਲਕੁਲ, ਬਟ ਕਰੋਨਾ ਵਾਇਰਸ ਤਾਂ ਉੱਥੇ ਵੀ ਹੈਗਾ। ਨਹੀਂ, ਇਹ ਕਨਫਰਮ ਹੋ ਗਿਆ, ਹੋ ਸਕਦਾ ਉੱਥੇ ਨਾ ਹੀ ਹੋਵੇ। ਨਹੀਂ ਸਰ, ਉੱਥੇ 5G ਦੇ ਟ੍ਰਾਇਲ ਨਹੀਂ ਨਾ ਸ਼ੁਰੂ ਹੋਏ, ਪਰ ਕਰੋਨਾ ਵਾਇਰਸ ਹੈ ਐਗਜ਼ਿਸਟਿੰਗ ਕੰਟਰੀ 'ਚ। ਐਗਜ਼ਾਮਪਲ ਵੀ ਐਡ ਕਰਨਾ ਚਾਹਾਂਗਾ, ਇਟਸ ਅ ਵੈਰੀ ਇੰਟਰਸਟਿੰਗ ਬਿਕਾਜ਼ ਸਾਡੇ ਟੌਪਿਕ ਨਾਲ ਬਿਲਕੁਲ ਜੁੜਿਆ ਹੋਇਆ ਹੈ। ਜੇ 5G ਨਾਲ ਕਰੋਨਾ ਵਾਇਰਸ ਦਾ ਕੋਈ ਸੰਬੰਧ ਹੁੰਦਾ, ਜਿਹੜੇ ਦੇਸ਼ਾਂ ਵਿੱਚ 5G ਦੀ ਪੈਨੀਟ੍ਰੇਸ਼ਨ ਬਹੁਤ ਜ਼ਿਆਦਾ ਹੈ, ਜਿੱਥੇ 5G ਨੈਟਵਰਕ ਲੱਗ ਚੁੱਕੇ ਹਨ, ਉੱਥੇ ਕਰੋਨਾ ਵਾਇਰਸ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ। ਸਾਡੇ ਕੋਲ ਸਿੰਗਾਪੁਰ, ਸਾਊਥ ਕੋਰੀਆ ਦਾ ਐਗਜ਼ਾਮਪਲ ਹੈ, ਜਿੱਥੇ 5G ਦੀ ਪੈਨੀਟ੍ਰੇਸ਼ਨ ਬਹੁਤ ਜ਼ਿਆਦਾ ਹੈ, 5G ਬਹੁਤ ਉੱਥੇ ਲੱਗ ਚੁੱਕਿਆ ਨੈਟਵਰਕ, ਪਰ ਉੱਥੇ ਕਰੋਨਾ ਵਾਇਰਸ ਬਹੁਤ ਕੰਟਰੋਲ ਵਿੱਚ ਰਿਹਾ। ਹੁਣ ਅਸੀਂ ਬਿਲਕੁਲ ਉਲਟਾ ਵਿਪਰੀਤ ਐਗਜ਼ਾਮਪਲ ਲੈ ਲੈਂਦੇ ਹਾਂ, ਬ੍ਰਾਜ਼ੀਲ, ਇਟਲੀ, ਅਫਰੀਕਾ ਦੇ ਬਹੁਤ ਮੁਲਕ ਹੈਗੇ ਜਿੱਥੇ 5G ਦਾ ਨਾਮੋ ਨਿਸ਼ਾਨ ਨਹੀਂ ਹੈ, ਪਰ ਉੱਥੇ ਕੋਵਿਡ ਸਭ ਤੋਂ ਜ਼ਿਆਦਾ ਜੀ। ਉੱਥੇ ਹਾਲੇ ਤੱਕ ਟੈਸਟਿੰਗ ਵੀ ਇਨੀਸ਼ੀਏਟ ਨਹੀਂ ਹੋਈ, ਟੈਸਟਿੰਗ ਲੈਵਲ ਤੇ ਵੀ, ਟ੍ਰਾਇਲ ਲੈਵਲ ਤੇ ਵੀ ਉੱਥੇ 5G ਨਹੀਂ ਹੈਗਾ, ਉਸ ਦੇ ਬਾਵਜੂਦ ਉੱਥੇ ਕਰੋਨਾ ਵਾਇਰਸ ਬਹੁਤ ਜ਼ਿਆਦਾ ਹੈ। ਜੇ 5G ਦਾ ਕਰੋਨਾ ਵਾਇਰਸ ਨਾਲ ਕੋਈ ਵੀ ਸੰਬੰਧ ਹੁੰਦਾ ਤੇ ਸਾਨੂੰ ਇੱਕ ਕਲੀਅਰ ਟ੍ਰੈਂਡ ਮਿਲਣਾ ਚਾਹੀਦਾ ਸੀ ਕਿ ਜਿਸ ਦੇਸ਼ ਵਿੱਚ ਜਿੰਨਾ ਜ਼ਿਆਦਾ 5G, ਉਸ ਦੇਸ਼ ਵਿੱਚ ਉਨਾ ਜ਼ਿਆਦਾ ਕਰੋਨਾ ਵਾਇਰਸ ਦਾ ਸੰਕਰਮਣ ਹੋਣਾ ਚਾਹੀਦਾ ਸੀ, ਜਦਕਿ ਸਾਨੂੰ ਬਿਲਕੁਲ ਰਿਵਰਸ ਐਗਜ਼ਾਮਪਲਸ ਵੀ ਸਾਡੇ ਸਾਹਮਣੇ ਮੌਜੂਦ ਨੇ। ਸੋ ਇੱਕ ਕਲੀਅਰ ਇੰਡੀਕੇਸ਼ਨ ਹੈਗਾ ਕਿ ਕੋਵਿਡ ਨਾਲ ਇਹਦਾ ਕੋਈ ਸੰਬੰਧ ਨਹੀਂ। ਇਵਨ WHO ਨੇ ਵੀ ਕਿਹਾ ਕਿ ਇਹਦਾ ਨਾ ਟਰਮ ਆਪਾਂ ਯੂਜ਼ ਕਰੀ ਦੀ, ਜਿੱਦਾਂ ਆਪਾਂ ਜੇ 5G ਨਾਲ ਰਿਲੇਟ ਕਰ ਰਹੇ ਹਾਂ ਜੀ, ਟਿਸ਼ੂ ਪੈਨੀਟ੍ਰੇਸ਼ਨ ਜਾਂ ਟਿਸ਼ੂ ਹੀਟਿੰਗ। ਜੀ, ਟਿਸ਼ੂ ਹੀਟਿੰਗ ਕੀ ਹੈ ਕਿ ਕਿਹੜੀਆਂ ਰੇਡੀਓ ਵੇਵਸ ਆਪਣੀਆਂ ਕਿੰਨੀਆਂ ਪੈਨੀਟ੍ਰੇਟ ਕਰਦੀਆਂ ਫॉर ਐਗਜ਼ਾਮਪਲ ਆਪਣੀ ਹਿਊਮਨ ਬਾਡੀ 'ਚ। ਤੇ ਜੇ ਆਪਾਂ ਗੱਲ ਕਰ ਰਹੇ ਹਾਂ 5G ਦੀ, 5G 'ਚ ਬੇਸਿਕਲੀ ਜਿਹੜੀ ਫ੍ਰੀਕੁਐਂਸੀ ਯੂਜ਼ ਹੁੰਦੀ ਹੈ ਅਰਾਊਂਡ 6 GHz ਦਾ ਬੈਂਡ ਹੁੰਦਾ ਹੈ, ਅਪਰ ਬੈਂਡ ਤੇ ਲੋਅਰ ਬੈਂਡ ਦੋਨੋਂ ਯੂਜ਼ ਕਰ ਰਿਹਾ ਤੇ 3G ਤੇ 4G ਵਾਲਾ ਜੀ। ਤੇ ਉਸ ਫ੍ਰੀਕੁਐਂਸੀ ਤੇ ਬਿਲਕੁਲ ਹੀ ਮਿਨੀਮਮ ਜਿਹੜੀ ਹੈ ਟਿਸ਼ੂ ਪੈਨੀਟ੍ਰੇਸ਼ਨ ਹੈ ਜੀ, ਜਾਂ ਜਿਹਨੂੰ ਆਪਾਂ ਟਿਸ਼ੂ ਹੀਟਿੰਗ ਕਹਿੰਦੇ ਆ, ਜਿੰਨੀ 4G ਸੀ 3G ਸੀ ਉਨੀ ਕੀ 5G 'ਚ। ਤੇ ਇਹਦਾ ਮਤਲਬ ਜੇ ਜੋ 4G ਜਿੰਨਾ ਕਿ ਇੰਪੈਕਟ ਕਰ ਰਹੀ ਸੀ, ਜੇ 4G ਵੇਲੇ ਕਰੋਨਾ ਵਾਇਰਸ ਨਹੀਂ ਸੀ ਤੇ 5G ਨਾਲ ਦਾ ਕੋਈ ਰਿਲੇਸ਼ਨ ਹੋ ਹੀ ਨਹੀਂ ਸਕਦਾ। ਤੇ ਜਿਹੜੀਆਂ EM ਵੇਵਸ, ਇਲੈਕਟ੍ਰੋਮੈਗਨੈਟਿਕ ਵੇਵ 4G ਵੇਲੇ ਯੂਜ਼ ਹੋ ਰਹੀਆਂ ਸੀ, ਉਹੀ 5G 'ਚ ਯੂਜ਼ ਹੋ ਰਹੀਆਂ, ਕਿਉਂਕਿ ਇਹ ਕੰਬੀਨੇਸ਼ਨ ਹੈ 3G ਤੇ 4G ਦੀਆਂ ਵੇਵਸ ਦਾ। ਤੇ ਇਹਦਾ ਮਤਲਬ ਇਹਦਾ ਕੋਈ ਹਜੇ ਤੱਕ ਪ੍ਰੂਵਨ ਟੈਕਨੋਲੋਜੀ ਨਹੀਂ ਹੈ, ਕੋਈ ਰਿਸਰਚ ਹੀ ਨਹੀਂ ਹੈ ਕਿ ਕਰੋਨਾ ਵਾਇਰਸ ਤੇ 5G ਦਾ ਕੋਈ ਡਾਇਰੈਕਟ ਇੰਪੈਕਟ ਹੈ। ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ 6 GHz ਬੈਂਡ ਦੀ ਅਸੀਂ ਫ੍ਰੀਕੁਐਂਸੀ ਯੂਜ਼ ਕਰ ਰਹੇ ਹਾਂ, ਜਿਹੜੀ ਨੁਕਸਾਨਦਾਇਕ ਫ੍ਰੀਕੁਐਂਸੀ ਬੈਂਡ ਹੈ ਉਹ ਹੈਗਾ 30 ਪੇਟਾਹਰਟਜ਼। ਪੇਟਾਹਰਟਜ਼ ਇਜ਼ 10 ਲੱਖ ਗੁਣਾ ਜ਼ਿਆਦਾ, ਜਿੱਦਾਂ ਮੈਂ ਕਹਿ ਰਿਹਾ ਸੀ ਜੀ। ਸੋ ਜੇ ਅਸੀਂ ਇਸ ਫ੍ਰੀਕੁਐਂਸੀ ਨੂੰ 10 ਲੱਖ ਗੁਣਾ ਇਨਕਰੀਜ਼ ਕਰੀਏ ਫਿਰ ਨੁਕਸਾਨ ਹੋਣ ਦੀ ਸੰਭਾਵਨਾ ਸ਼ੁਰੂ ਹੁੰਦੀ ਹੈ, ਬਿਲਕੁਲ, ਪੇਟਾਹਰਟਜ਼। ਸੋ 6 GHz ਜਿਹੜੀ 5G ਵਿੱਚ ਇਸਤੇਮਾਲ ਕਰ ਰਹੇ ਹਾਂ ਬਿਲਕੁਲ ਸੇਫ ਹੈ, ਇਹਦੇ ਵਿੱਚ ਕੋਈ ਟਿਸ਼ੂ ਹੀਟਿੰਗ, ਟਿਸ਼ੂ ਪੈਨੀਟ੍ਰੇਸ਼ਨ ਨਹੀਂ ਹੈਗੀ, ਇਟ ਇਜ਼ ਨਾਨ ਆਇਓਨਾਈਜ਼ਿੰਗ ਤੇ ਯੂਨਾਈਟਿਡ ਨੇਸ਼ਨਸ ਨੇ ਵੀ ਇਸ ਨੂੰ ਸਰਟੀਫਾਈ ਕੀਤਾ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਧਿਆਨ ਨੂੰ ਸਹੀ ਜਗ੍ਹਾ, ਕੋਵਿਡ ਸੰਕਰਮਣ ਰੋਕਣ ਲਈ ਜਿਹੜੇ ਬਾਕੀ ਉਪਾਅ ਹੈਗੇ ਉਹ ਅਸੀਂ ਵਧੀਆ ਤਰੀਕੇ ਨਾਲ ਕਰੀਏ, ਸੈਨੀਟੇਸ਼ਨ ਦਾ ਧਿਆਨ ਰੱਖੀਏ, हैंड वॉश करिए, सैनिटाइजर इस्तेमाल करिए, सोशल डिस्टेंसिंग, मास्क का इस्तेमाल करिए, भटकिए ना, ये बहुत ज़्यादा ज़रूरी है। मेरे दोवें मेहमान इंजीनियर्स ने, 1G आया, 2G आया, 3G,
4G ਐਂਡ ਨਾਓ 5G। ਪਹਿਲੇ 4G'ਆਂ ਦਾ ਕੋਈ ਕਿਸੇ ਨੂੰ ਮਤਲਬ ਨਹੀਂ ਫਰਕ ਪਿਆ, ਇੰਨੀ ਜ਼ਿਆਦਾ ਮਸ਼ਹੂਰੀ ਜਿਹੜੀ ਖੱਟੀ ਹੈ 5G ਨੇ, ਇਹ ਕਿਉਂ ਖੱਟੀ ਹੈ ਸਰ? ਹਾਂਜੀ ਸਰ, ਮੇਨ ਰੀਜ਼ਨ ਇਹਦਾ ਕਹਿ ਲੀजिए ਕਿ ਪ੍ਰੋਪੇਗੈਂਡਾ ਹੈ ਜੀ, ਤੇ ਪ੍ਰੋਪੇਗੈਂਡਾ ਦੇ ਪਿੱਛੇ ਸੋਰਸਿਸ ਬਹੁਤ ਵੱਖਰੇ ਵੱਖਰੇ ਹੋ ਸਕਦੇ ਨੇ। ਬੜੀ ਇੱਕ ਇੰਟਰਸਟਿੰਗ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਇੱਥੇ ਜੀਓਪੋਲਿਟਿਕਸ ਵੀ ਆ ਕੇ ਇਨਵੋਲਵ ਹੋ ਜਾਂਦੀ ਹੈ ਜੀ। ਜਿਹੜੀ ਟਵਿੱਟਰ ਹੈਂਡਲ ਨੇ ਸਭ ਤੋਂ ਪਹਿਲੀ ਵਾਰ ਇਹ ਅਫਵਾਹ ਫੈਲਾਈ ਸੀ ਕਿ ਬਰਡਸ ਮਾਰੇ ਗਏ, ਇਸ ਦਾ 5G ਨਾਲ ਕੋਈ ਰਿਲੇਸ਼ਨ ਹੋ ਸਕਦਾ ਹੈ। ਜੇ ਅਸੀਂ ਉਸ ਟਵਿੱਟਰ ਹੈਂਡਲ ਤੇ ਆਇਆ ਸੀਗਾ, ਇਹ ਸਭ ਤੋਂ ਪਹਿਲਾਂ ਟਵਿੱਟਰ ਤੇ ਆਇਆ ਸੀ, ਜਿਸ ਟਵਿੱਟਰ ਅਕਾਊਂਟ ਨੇ ਇਹ ਗੱਲ ਸਭ ਤੋਂ ਪਹਿਲਾਂ ਰੱਖੀ ਸੀ ਦੁਨੀਆ ਵਿੱਚ। ਜੇ ਅਸੀਂ ਉਸ ਟਵਿੱਟਰ ਅਕਾਊਂਟ ਦੀ ਹਿਸਟਰੀ ਫਰੋਲੀਏ, ਉਹ ਟਵਿੱਟਰ ਅਕਾਊਂਟ ਐਨੋਨਿਮਸ ਹੈ, ਉਹਦੇ ਪਿੱਛੇ ਕੋਈ ਇਨਸਾਨ ਨਹੀਂ ਹੈਗਾ ਜਾਂ ਇਨਸਾਨ ਦਿਸਦਾ ਨਹੀਂ ਹੈਗਾ ਕਿ ਕੌਣ ਇਨਸਾਨ ਹੈ। ਜੇ ਅਸੀਂ ਉਸ ਟਵਿੱਟਰ ਹੈਂਡਲ ਦੀ ਹਿਸਟਰੀ ਫਰੋਲਦੇ ਹਾਂ, ਤੇ ਮੈਂ ਦੇਸ਼ ਦਾ ਨਾਂ ਤਾਂ ਇੱਥੇ ਨਹੀਂ ਲੈਣਾ ਚਾਹੂੰਗਾ, ਪਰ ਇੱਕ ਦੇਸ਼ ਦੀ ਗਵਰਨਮੈਂਟ ਜਾਂ ਖੂਫੀਆ ਏਜੰਸੀ ਉਸ ਦੇ ਪਿੱਛੇ ਮਿਲਦੀ ਹੈ ਤੁਹਾਨੂੰ, ਜਿਨ੍ਹਾਂ ਦਾ ਮਕਸਦ ਇਹ ਹੈ ਕਿ ਜਿਹੜੀ ਡੈਮੋਕ੍ਰੈਟਿਕ ਕੰਟਰੀਜ਼ ਨੇ ਉੱਥੇ ਜਿਹੜੇ ਟੈਕਨੋਲੋਜੀ ਦਾ ਪ੍ਰਸਾਰ ਹੋ ਰਿਹਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਲੋ ਕੀਤਾ ਜਾਵੇ। ਤੁਸੀਂ ਇਹਨਾਂ ਦੀ ਗੱਲ ਨਾਲ ਸਹਿਮਤ ਹੋ ਡਾਕਟਰ? ਸਰ ਮੈਂ 110% ਸਹਿਮਤ ਹਾਂ ਕਿ ਇਹ ਸਿਰਫ ਪ੍ਰੋਪੇਗੈਂਡਾ ਹੈ। ਜਿੱਦਾਂ ਹੁਣ ਸਰ ਨੇ ਕਿਹਾ ਕਿ ਕਈ ਚੀਜ਼ਾਂ ਆਪਾਂ ਨੈਸ਼ਨਲ ਟੈਲੀਵਿਜ਼ਨ ਤੇ ਨਹੀਂ ਦੱਸ ਸਕਦੇ ਕਿ ਇਹਦੇ ਪਿੱਛੇ ਕੀ ਹੈ, ਕਿ ਹਿੱਟਸ ਇਨਕਰੀਜ਼ ਹੋਣ ਜਾਂ ਧਿਆਨ ਭਟਕਾਣਾ ਹੈ ਕਿਸੇ ਚੀਜ਼ ਦਾ। ਨਹੀਂ, ਇਹ 4G ਵਾਲੇ ਨਹੀਂ ਕਿਸੇ ਨੂੰ ਯਾਦ ਆਇਆ ਜਾਂ 3G? ਸਰ ਐਕਚੁਅਲੀ ਉਹ ਚੀਜ਼ਾਂ ਹੀ ਉਦੋਂ ਇਕੱਠੀਆਂ ਹੋਈਆਂ ਨੇ ਜਦੋਂ ਟ੍ਰਾਇਲ ਸ਼ੁਰੂ ਹੋਏ। ਹੁਣ ਉਹਨਾਂ ਨੇ ਰਿਲੇਟ ਕਰਨਾ ਸੀ ਕਿ ਦੂਸਰੇ ਮੁੱਦਿਆਂ ਤੋਂ ਹਟਾ ਕੇ ਆਪਾਂ ਕਿਸੇ ਹੋਰ ਮੁੱਦੇ ਤੇ ਲੈ ਕੇ ਆਣਾ, ਤੇ ਉਹ ਕੋਇਨਸੀਡੈਂਸ ਕਹਿ ਲਈਏ ਕਿ ਜਿੱਦਾਂ ਸਰ ਨੇ ਦੱਸਿਆ ਕਿ ਪੋਇਜ਼ਨਸ ਸਟਰਲਿੰਗ ਪਲਾਂਟ ਨੇ ਉਹ ਇੰਜੈਕਟ ਹੋਇਆ ਉਹਨਾਂ 'ਚ ਤੇ ਉਹ ਮਰ ਗਏ, ਨਾਲ ਹੀ ਮੂਵੀ ਲਾਂਚ ਹੋ ਗਈ, ਤਾਂ ਸਾਰੀਆਂ ਚੀਜ਼ਾਂ ਇੱਕ ਨੈਗੇਟਿਵ ਕ੍ਰੀਏਟ ਹੋ ਗਈ ਉਹਦੀ ਇਮੇਜ, ਜਦ ਕਿ ਇੱਦਾਂ ਦਾ ਕੁਝ ਵੀ ਨਹੀਂ ਸੀ ਮਾਰਕੀਟ 'ਚ। WHO ਨੇ ਪ੍ਰੂਵ ਕਰਤਾ ਹੈ, ਹੋਰ ਬਾਡੀਜ਼ ਨੇ ਪ੍ਰੂਵ ਕਰਤਾ ਕਿ 5G ਬਿਲਕੁਲ ਸੇਫ ਹੈ, ਇਹਦੇ ਟ੍ਰਾਇਲ ਹੋਣੇ ਚਾਹੀਦੇ ਹੈ। ਔਰ ਜੇ ਆਪਾਂ ਫਿਊਚਰ ਚਾਹੁੰਦੇ ਹਾਂ, ਜੇ ਇੱਦਾਂ ਦੇ ਡਿਵਾਈਸਿਸ ਕਿ ਜਿਹੜੇ ਕਨੈਕਟ ਹੋਣ, ਆਪਸ 'ਚ ਕਮਿਊਨੀਕੇਟ ਹੋਣ, ਸਪੀਡ ਘੱਟ ਹੋਵੇ, ਐਨਰਜੀ ਐਫੀਸ਼ੀਐਂਟ ਹੋਣ, ਤੇ 5G ਇੰਡੀਆ 'ਚ ਆਊਗਾ, ਇੰਪਲੀਮੈਂਟ ਹੋਣਾ ਚਾਹੀਦਾ ਹੈ, ਔਰ ਤਾਂ ਹੀ ਆਪਾਂ ਇੱਕ ਡਿਵੈਲਪਡ ਨੇਸ਼ਨ ਬਣ ਸਕਦੇ ਹਾਂ। ਜੀ, ਇੱਥੇ ਮੇਰਾ ਇੱਕ ਛੋਟਾ ਜਿਹਾ ਮੈਂ ਚੀਜ਼ ਐਡ ਕਰਨਾ ਚਾਹੁੰਦਾ ਕਿ ਜਿੰਨਾ ਕੁ ਖਤਰਨਾਕ ਕਰੋਨਾ ਵਾਇਰਸ ਹੈਗਾ, ਉਸ ਤੋਂ ਬਹੁਤ ਜ਼ਿਆਦਾ ਖਤਰਨਾਕ, ਕਰੋਨਾ ਵਾਇਰਸ ਆਪਣੇ ਆਪ ਵਿੱਚ ਬਹੁਤ ਖਤਰਨਾਕ ਹੈ, ਪਰ ਉਸ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਮਿਸ ਇਨਫੋਰਮੇਸ਼ਨ ਦਾ ਵਾਇਰਸ ਹੈਗਾ। ਮੈਂ ਕਹਿੰਦਾ 5G ਕਹਿਣ ਲੱਗੇ ਹੋ। ਮਿਸ ਇਨਫੋਰਮੇਸ਼ਨ ਦਾ ਵਾਇਰਸ ਹੈਗਾ। ਇੱਥੇ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਦੀ ਡੇਟ ਵਿੱਚ ਕੀ ਹੋ ਗਿਆ ਜੀ, ਅੱਜ ਤੋਂ 20 ਸਾਲ ਪਹਿਲਾਂ ਹਰ ਕੋਈ ਨਿਊਜ਼ ਨਹੀਂ ਕਾਸਟ ਕਰ ਸਕਦਾ ਸੀ, ਨਿਊਜ਼ ਦਾ ਸੋਰਸ ਨਹੀਂ ਸੀਗਾ। ਹੁਣ ਹਰ ਕੋਈ ਬੰਦਾ ਜਿਹੜਾ ਅੱਜ ਆਪਣੇ ਆਪ ਨੂੰ ਆਪਣਾ ਚੈਨਲ ਬਣਾ ਕੇ ਜਿਹੜਾ ਮਰਜ਼ੀ, ਕੋਈ ਵੀ ਅੱਜ ਆਪਣੇ ਆਪ ਨੂੰ ਖਬਰ ਦਾ ਇੱਕ ਸੋਰਸ ਕਹਿ ਸਕਦਾ ਹੈ। ਸਾਡੇ ਦਰਸ਼ਕਾਂ ਲਈ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੀ ਨਿਊਜ਼ ਉਹ ਆਥੈਂਟਿਕ ਸੋਰਸਿਸ ਤੋਂ ਲੈਣ, ਸਹੀ ਸੋਰਸਿਸ ਤੋਂ ਲੈਣ। ਜਿੱਦਾਂ ਹੁਣ ਭੱਟੀ ਸਾਹਿਬ ਇੱਥੇ ਹੈਗੇ ਆ, ਦੂਰਦਰਸ਼ਨ ਤੁਸੀਂ ਦੇਖ ਰਹੇ ਹੋ, ਦੂਰਦਰਸ਼ਨ DD ਪੰਜਾਬੀ ਦੇਖੋ ਜੀ, ਬਿਲਕੁਲ ਦੂਰਦਰਸ਼ਨ DD ਪੰਜਾਬੀ ਦੇਖੋ, ਆਥੈਂਟਿਕ ਸੋਰਸ ਹੈ। ਇੱਥੇ ਜਿਹੜੀ ਗੱਲ ਹੋਏਗੀ ਬਿਲਕੁਲ ਜਾਂਚ ਪਰਖ ਕੇ ਹੋਏਗੀ, ਅਸਲੀ ਇਨਫੋਰਮੇਸ਼ਨ, ਅਸਲੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਏਗੀ। ਅੱਛਾ, ਤੁਸੀਂ ਦੋਵਾਂ ਨੇ ਪੂਰਾ ਜ਼ੋਰ ਲਾਤਾ ਕਿ 5G ਦੇ ਬਹੁਤ ਫਾਇਦੇ ਹੈ, ਇਹਦਾ ਕੋਈ ਨੁਕਸਾਨ ਵੀ ਹੈ? ਸਰ ਦੇਖੋ, ਨੁਕਸਾਨ ਐਜ਼ ਇਟ ਇਜ਼ ਆਪਾਂ ਹੈਲਥ ਦੀ ਗੱਲ ਕਰੀਏ ਤੇ ਹੈਲਥ ਤੇ ਕੋਈ ਨੁਕਸਾਨ ਨਹੀਂ, ਸਿਰਫ ਇਹ ਹੈ ਕਿ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਪਊਗਾ, ਕੰਪਨੀਆਂ ਨੂੰ ਨਵਾਂ ਇਨਫਰਾਸਟ੍ਰਕਚਰ ਲਾਣਾ ਪਊਗਾ, ਜਿਹੜੇ ਯੂਜ਼ਰਸ ਹੈ ਉਹਨਾਂ ਨੂੰ ਕੰਪੈਟੀਬਲ ਮੋਬਾਈਲ ਲੈਣੇ ਪੈਣਗੇ। ਇਸ ਤੋਂ ਇਲਾਵਾ ਇਹ ਮੋਬਾਈਲ ਚੇਂਜ ਕਰਨੇ ਪੈਣਗੇ। ਹਾਂਜੀ ਸਰ, ਜਿਹੜੇ ਕਈ ਮੋਬਾਈਲ ਜਿਹੜੇ ਰੀਸੈਂਟ ਆ ਰਹੇ ਆ ਉਹ 5G ਕੰਪੈਟੀਬਲ ਹੈ, ਪਰ ਜਿਹੜੇ ਪੁਰਾਣੇ ਮੋਬਾਈਲ ਸੀ ਉਹ 4G ਤੱਕ ਹੀ ਸੀ। ਮਤਲਬ 70-80% ਚੇਂਜ ਕਰਨੇ ਪੈਣਗੇ। ਹਾਂਜੀ, ਇਨਫਰਾਸਟ੍ਰਕਚਰ ਚੇਂਜ ਕਰਨਾ ਪਊਗਾ ਤੇ ਮੋਬਾਈਲ ਯੂਜ਼ਰ ਨੂੰ ਚੇਂਜ ਕਰਨੇ ਪੈਣਗੇ। ਇਸ ਤੋਂ ਇਲਾਵਾ ਹੋਰ ਕੋਈ ਨੁਕਸਾਨ ਨਹੀਂ ਹੈ ਜੀ 5G ਦਾ। ਪਰ ਸਰ, ਹਿੰਦੁਸਤਾਨ ਵਰਗਾ ਜਿਹੜਾ ਡਿਵੈਲਪਿੰਗ ਕੰਟਰੀ ਹੈ, ਇਹਨਾਂ ਨੂੰ ਵਾਰਾ ਖਾ ਜਾਏਗਾ ਇੰਨਾ ਕੁਛ, ਇੰਨਾ ਮਹਿੰਗਾ ਕੰਮ? ਸਰ ਦੇਖੋ ਜੀ, ਹਿੰਦੁਸਤਾਨ ਇੱਕ ਨੰਬਰ 1 ਕੰਜ਼ਿਊਮਰ ਹੈ ਐਪਲ ਮੋਬਾਈਲ ਫੋਨ ਦਾ, ਠੀਕ ਹੈ, ਤੇ ਜੇ ਆਪਾਂ ਉਹ ਅਫੋਰਡ ਕਰ ਸਕਦੇ ਹਾਂ ਤੇ ਆਪਾਂ ਹਾਈ ਸਪੀਡ ਨੈਟਵਰਕ ਤਾਂ ਸਾਨੂੰ ਅਫੋਰਡ ਕਰਨੇ ਹੀ ਚਾਹੀਦੇ ਮੇਰੇ ਖਿਆਲ ਨਾਲ। ਤੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਹਿੰਦੁਸਤਾਨ ਬੇਸ਼ੱਕ ਅਸੀਂ ਡਿਵੈਲਪਿੰਗ ਨੇਸ਼ਨ ਕਹਿੰਦੇ ਆ ਜੀ, ਪਰ ਹਿੰਦੁਸਤਾਨ ਵੀ ਉਹ ਵੀ ਨੇਸ਼ਨ ਹੈ ਜਿਹੜਾ ਮਾਰਸ ਤੱਕ ਪਹੁੰਚ ਚੁੱਕਿਆ ਹੈ। ਇਸਰੋ ਸਾਡੀ ਏਜੰਸੀ ਪੂਰੀ ਦੁਨੀਆ ਵਿੱਚ ਕਿਲਾ ਫਤਿਹ ਕਰ ਚੁੱਕੀ ਹੈ, ਝੰਡੇ ਗਾੜ ਰਹੀ ਹੈ। ਬ੍ਰਿਲੀਅੰਟ ਬ੍ਰੇਨ ਜਿਹੜੇ ਇੰਡੀਅਨ ਹੈ, ਜਿਹੜੇ ਦੂਸਰੀਆਂ ਕੰਟਰੀਆਂ 'ਚ ਵੀ ਜਾ ਕੇ ਉਹਨਾਂ ਦੀਆਂ ਏਜੰਸੀਜ਼ 'ਚ ਕੰਪਨੀਆਂ ਕੰਮ ਕਰ ਰਹੇ ਆ। ਬਿਲਕੁਲ ਸਹੀ ਗੱਲ ਜੀ, 2 ਬ੍ਰਿਲੀਅੰਟ ਬ੍ਰੇਨਸ ਅੱਜ ਸਾਡੇ ਨਾਲ ਸੀ। ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਸੋਹਣੀਆਂ ਸਾਨੂੰ ਦੱਸੀਆਂ। ਸਾਡੇ ਮਹਿਮਾਨਾਂ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਸਾਡੇ ਵਿੱਚ ਆਏ। ਹਮੇਸ਼ਾ ਜਦੋਂ ਵੀ ਸਾਨੂੰ ਕੋਈ ਲੋੜ ਪਵੇ ਤੁਹਾਨੂੰ ਜ਼ਰੂਰ ਬੁਲਾਉਂਦੇ ਰਹਾਂਗੇ। ਤੁਹਾਡਾ ਸਾਰਿਆਂ ਦਾ ਵੀ ਧੰਨਵਾਦ।